ਆਓ ਸੰਖਿਆਵਾਂ ਬਾਰੇ ਸੋਚਦੇ ਹਾਂ ਤੇ ਗੱਲ ਕਰਦੇ ਹਾਂ। ਮੰਨ ਲਓ ਜੇ ਮੈਂ ਤੁਹਾਨੂੰ ਕਹਾਂ ਕਿ ਤੁਸੀਂ 4 ਬਾਰੇ ਸੋਚੋ, ਤਾਂ ਤੁਹਾਡੇ ਮਨ ਦੇ ਵਿੱਚ ਕੀ ਖਿਆਲ ਆਵੇਗਾ? ਤਾਂ ਜੇ ਮੈਨੂੰ ਕੋਈ ਪੁੱਛੇ ਤਾਂ ਮੇਰੇ ਮਨ ਦੇ ਵਿੱਚ ਇਹ ਖਿਆਲ ਆਵੇਗਾ, ਇਸ ਨਿਸ਼ਾਨ ਦੇ ਬਾਰੇ ਖਿਆਲ ਆਵੇਗਾ ਜਿਸ ਨੂੰ ਅਸੀਂ 4 ਆਖਦੇ ਹਾਂ। ਇਹ ਕਿਸੇ ਚੀਜ਼ ਦਾ ਵੀ 4 ਹੋ ਸਕਦਾ ਹੈ, ਕੋਈ ਗਿਣਨਯੋਗ ਵਸਤੂ ਜਿਵੇਂ 4 ਪੈੱਨ, 4 ਪੈਨਸਿਲਾਂ, 4 ਕਾਪੀਆਂ ਵੀ ਹੋ ਸਕਦੀਆਂ ਨੇ। ਤਾਂ ਜੇ ਅਸੀਂ ਇਸ ਨੂੰ ਦਰਸਾਉਣਾ ਹੋਵੇ, ਤਾਂ ਅਸੀਂ ਬਿੰਦੂਆਂ ਨਾਲ ਵੀ ਇਸ ਨੂੰ ਦਰਸਾ ਸਕਦੇ ਹਾਂ, ਜਿਵੇਂ 1, 2, 3, 4 ਤੇ ਜਿਵੇਂ ਆਹ ਬਿੰਦੂ ਲਗਾ ਲਏ ਨੇ ਮੈਂ 4, ਤਾਂ ਇਹ ਕੀ ਆ 4 ਬਿੰਦੂ ਇਸ 4 ਨੂੰ ਦਰਸਾਉਂਦੇ ਨੇ। ਜੇ ਮੈਂ ਤੁਹਾਨੂੰ ਕਹਾਂ ਕਿ ਤੁਸੀਂ 5 ਬਾਰੇ ਸੋਚੋ, ਤਾਂ ਤੁਹਾਡੇ ਮਨ ਦੇ ਵਿੱਚ ਕੀ ਹੈ ਕਿ ਇਸ ਨਿਸ਼ਾਨ ਦੇ ਬਾਰੇ ਖਿਆਲ ਆਵੇਗਾ, ਇਸ ਸਿੰਬਲ ਦੇ ਬਾਰੇ ਖਿਆਲ ਆਵੇਗਾ। ਤਾਂ ਅਸੀਂ ਇਸ ਨੂੰ ਵੀ ਬਿੰਦੂਆਂ ਦੇ ਨਾਲ ਦਰਸਾ ਸਕਦੇ ਹਾਂ, ਜਿਵੇਂ 1, 2, 3, 4, 5। ਤਾਂ ਇਹ ਜਿਹੜੇ ਬਿੰਦੂ ਨੇ 5, ਇਹ ਕੀ ਹੈ ਕਿ ਇਸ ਨਿਸ਼ਾਨ ਨੂੰ ਦਰਸਾਉਂਦੇ ਨੇ ਕਿ ਇਹ 5 ਨੇ। ਤਾਂ ਇਸੇ ਤਰ੍ਹਾਂ ਜੇ ਅਸੀਂ ਸੰਖਿਆਵਾਂ ਬਾਰੇ ਸੋਚੀਏ, ਤਾਂ ਅਸੀਂ ਸੰਖਿਆਵਾਂ ਨੂੰ 0 ਤੋਂ ਲਿਖਣਾ ਸ਼ੁਰੂ ਕਰਦੇ ਹਾਂ। 0, 1, 2, 3, 4, 5, 6, 7, 8, 9, 10, 11, 12, 13। ਤਾਂ ਇਸ ਤਰ੍ਹਾਂ ਜਿਹੜੀਆਂ ਸੰਖਿਆਵਾਂ ਨੇ ਲਗਾਤਾਰ ਵੱਧਦੀਆਂ ਜਾਂਦੀਆਂ ਨੇ, ਚੱਲਦੀਆਂ ਜਾਂਦੀਆਂ ਨੇ ਅਤੇ ਇਹਨਾਂ ਦਾ ਕੋਈ ਅੰਤ ਨਹੀਂ ਹੈ। ਤਾਂ ਇਹਨਾਂ ਸੰਖਿਆਵਾਂ ਨੂੰ ਅਸੀਂ ਕੀ ਕਹਿੰਦੇ ਹਾਂ? ਇਹਨਾਂ ਸੰਖਿਆਵਾਂ ਦੇ ਇਸ ਪਰਿਵਾਰ ਨੂੰ ਜਾਂ ਇਸ ਸਮੂਹ ਨੂੰ ਅਸੀਂ ਕੀ ਆਖਦੇ ਹਾਂ? ਅਸੀਂ ਇਹਨਾਂ ਨੂੰ ਪੂਰਨ ਸੰਖਿਆਵਾਂ ਆਖਦੇ ਹਾਂ। ਮਤਲਬ ਜੋ ਸਾਡੇ ਕੋਲ ਆ 0 ਤੋਂ ਜੋ ਸ਼ੁਰੂ ਹੁੰਦਾ ਹੈ ਸੰਖਿਆਵਾਂ ਦਾ ਸਮੂਹ, ਅਸੀਂ ਇਹਨਾਂ ਨੂੰ ਪੂਰਨ ਸੰਖਿਆਵਾਂ ਆਖਦੇ ਹਾਂ। ਅਸੀਂ ਇਹਨਾਂ ਨੂੰ ਇਸ ਤਰ੍ਹਾਂ ਅਰੇਂਜ ਕੀਤਾ ਕਿ ਅਸੀਂ ਖੱਬੇ ਤੋਂ ਸੱਜੇ ਪਾਸੇ ਵੱਲ ਨੂੰ ਵੱਧਦੇ ਜਾਂਦੇ ਹਾਂ ਅਤੇ ਉਸ ਤਰ੍ਹਾਂ ਸਾਡੀਆਂ ਸੰਖਿਆਵਾਂ ਵੀ ਕੀ ਆ ਵੱਡੀਆਂ ਹੁੰਦੀਆਂ ਜਾਂਦੀਆਂ ਨੇ। ਮਤਲਬ ਕਿ ਸਭ ਤੋਂ ਪਹਿਲਾਂ ਛੋਟੀ ਸੰਖਿਆ, ਫਿਰ ਉਸ ਤੋਂ ਵੱਡੀ, ਫਿਰ ਉਸ ਤੋਂ ਵੱਡੀ, ਫਿਰ ਉਸ ਤੋਂ ਵੱਡੀ, ਫਿਰ ਉਸ ਤੋਂ ਵੱਡੀ, ਇਸ ਤਰ੍ਹਾਂ ਕਿ ਵੱਧਦੀਆਂ ਜਾਂਦੀਆਂ ਨੇ ਅਤੇ ਲਗਾਤਾਰ ਅਨੰਤ ਤੱਕ ਚੱਲਦੀਆਂ ਨੇ। ਅਤੇ ਜੇ ਅਸੀਂ ਧਿਆਨ ਨਾਲ ਦੇਖੀਏ ਕਿ ਜੇ ਇੱਕ ਸੰਖਿਆ ਦੇ ਵਿੱਚ 1 ਜੋੜ ਦੀਏ ਤਾਂ ਅਗਲੀ ਸੰਖਿਆ ਪ੍ਰਾਪਤ ਹੋ ਜਾਂਦੀ ਹੈ। ਮੰਨ ਲਓ ਜੇ ਅਸੀਂ 0 ਦੇ ਵਿੱਚ 1 ਜੋੜਤਾ ਤਾਂ 1 ਪ੍ਰਾਪਤ ਹੋ ਗਈ, 1 ਦੇ ਵਿੱਚ 1 ਜੋੜਿਆ 2 ਪ੍ਰਾਪਤ ਹੋ ਗਿਆ, 2 ਦੇ ਵਿੱਚ 1 ਜੋੜਿਆ 3 ਪ੍ਰਾਪਤ ਹੋ ਗਿਆ, ਸਾਨੂੰ 3 ਦੇ ਵਿੱਚ 1 ਜੋੜਿਆ ਤਾਂ 4 ਪ੍ਰਾਪਤ ਹੋ ਗਿਆ। ਤਾਂ ਇਹ ਕੀ ਹੈ ਕਿ ਸਾਡੇ ਕੋਲ ਇੱਕ ਸੰਖਿਆਵਾਂ ਦਾ ਮਤਲਬ ਕਿ ਰੇਖਾ ਬਣਦੀ ਜਾਂਦੀ ਹੈ, ਜਿਹਨੂੰ ਅਸੀਂ ਸੰਖਿਆਵਾਂ ਦੀ ਰੇਖਾ ਜਾਂ ਸੰਖਿਆ ਰੇਖਾ, ਸੰਖਿਆਵਾਂ ਦੀ ਰੇਖਾ। ਇਸ ਨੂੰ ਸਮਝਣ ਵਾਸਤੇ ਅਸੀਂ ਸੰਖਿਆ ਰੇਖਾ ਲੈਂਦੇ ਹਾਂ ਅਤੇ ਸੰਖਿਆ ਰੇਖਾ ਖੱਬੇ ਅਤੇ ਸੱਜੇ ਲਗਾਤਾਰ ਦੋਨੋਂ ਦਿਸ਼ਾਵਾਂ ਵਿੱਚ ਵੱਧਦੀ ਜਾਂਦੀ ਹੈ ਅਤੇ ਕਦੇ ਰੁਕਦੀ ਨਹੀਂ। ਅਤੇ ਇਹ ਸਾਡੇ ਕੋਲ ਸੰਖਿਆ ਰੇਖਾ ਆ ਗਈ ਅਤੇ ਮੈਂ ਸੰਖਿਆ ਰੇਖਾ ਅਤੇ ਪੂਰਨ ਸੰਖਿਆਵਾਂ ਨੂੰ ਲਿਖ ਲਿਆ ਹੈ। ਮਤਲਬ ਕਿ 0, 1, 2, 3, 4, 5, 6, 7, 8, 9। ਤਾਂ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਇਹ ਕੀ ਹੈ ਕਿ ਖੱਬੇ ਤੋਂ ਸੱਜੇ ਪਾਸੇ ਵੱਲ ਨੂੰ ਵੱਧਦੀਆਂ ਜਾਂਦੀਆਂ ਨੇ ਅਤੇ ਵੱਡੀਆਂ ਹੁੰਦੀਆਂ ਜਾਂਦੀਆਂ ਅਤੇ ਲਗਾਤਾਰ ਅਨੰਤ ਤੱਕ ਚੱਲਦੀਆਂ ਰਹਿੰਦੀਆਂ ਨੇ। ਤਾਂ ਤੁਸੀਂ ਇੱਥੇ ਕਹੋਗੇ 8 ਤੋਂ ਬਾਅਦ ਤਾਂ ਤੁਸੀਂ ਕੁਝ ਲਿਖਿਆ ਨਹੀਂ, ਪਰ ਸਾਡੀ ਇਸ ਕੋਲ ਸਕਰੀਨ ਛੋਟੀ ਹੈ, ਇਸ ਲਈ ਸਾਰੀਆਂ ਸੰਖਿਆਵਾਂ ਨੂੰ ਅਸੀਂ ਸੰਖਿਆ ਰੇਖਾ 'ਤੇ ਨਹੀਂ ਦਰਸਾ ਸਕਦੇ। ਇਸ ਲਈ ਅਸੀਂ ਇੱਥੇ ਕੀ ਹੈ ਕਿ ਇੱਥੇ ਤੀਰ ਦਾ ਨਿਸ਼ਾਨ ਲਗਾਇਆ ਇਸ ਸੰਖਿਆ ਰੇਖਾ 'ਤੇ। ਇਸ ਤੀਰ ਦੇ ਨਿਸ਼ਾਨ ਦਾ ਮਤਲਬ ਕੀ ਹੈ ਕਿ ਜਿਹੜੀ ਇਹ ਸੰਖਿਆ ਰੇਖਾ ਮਤਲਬ ਲਗਾਤਾਰ ਵੱਧਦੀ ਜਾਂਦੀ ਹੈ, ਕਿਤੇ ਵੀ ਇਹ ਰੁਕਦੀ ਨਹੀਂ ਅਤੇ ਇਸੇ ਤਰ੍ਹਾਂ ਜਿਹੜੀਆਂ ਇਹਦੇ ਉੱਤੇ ਸੰਖਿਆਵਾਂ ਨੇ ਉਹ ਵੀ ਕੀ ਹੈ ਲਗਾਤਾਰ ਵੱਧਦੀਆਂ ਜਾਂਦੀਆਂ ਨੇ, ਉਹ ਵੀ ਮਤਲਬ ਇੱਕ ਤੋਂ ਇੱਕ ਵੱਡੀਆਂ ਆਉਂਦੀਆਂ ਜਾਂਦੀਆਂ ਨੇ ਅਤੇ ਲਗਾਤਾਰ ਇਹ ਕੀ ਹੈ ਚੱਲਦੀਆਂ ਰਹਿੰਦੀਆਂ ਨੇ। ਤਾਂ ਹੁਣ ਅਸੀਂ ਜੇ ਮਤਲਬ ਇਹਦੇ ਉੱਤੇ ਦੇਖੀਏ ਕਿ ਜੋ ਅਸੀਂ ਸੰਖਿਆਵਾਂ ਦਰਸਾਈਆਂ ਨੇ ਵੀ 0 ਨੂੰ ਦਰਸਾਉਣ ਵਾਸਤੇ ਸਾਨੂੰ ਕੋਈ ਬਿੰਦੂ ਲਗਾਉਣ ਦੀ ਲੋੜ ਨਹੀਂ ਪਈ। ਜੇ 1 ਨੂੰ ਦਰਸਾਵਾਂਗੇ ਤਾਂ 1 ਬਿੰਦੂ ਦੀ ਲੋੜ ਪਵੇਗੀ। 2 ਨੂੰ ਦਰਸਾਉਣ ਲਈ ਅਸੀਂ 2 ਬਿੰਦੂ ਲਗਾਵਾਂਗੇ। 3 ਨੂੰ ਦਰਸਾਉਣ ਲਈ ਅਸੀਂ 3 ਬਿੰਦੂ ਲਗਾਵਾਂਗੇ। 4 ਨੂੰ ਦਰਸਾਉਣ ਲਈ ਅਸੀਂ 4 ਬਿੰਦੂ ਲਗਾਵਾਂਗੇ। 5 ਨੂੰ ਦਰਸਾਉਣ ਲਈ ਅਸੀਂ 5 ਬਿੰਦੂ ਲਗਾਵਾਂਗੇ। 2, 3, 4, 5 ਅਤੇ ਇਸੇ ਤਰ੍ਹਾਂ ਅਸੀਂ ਜੇ 6 ਨੂੰ ਦਰਸਾਉਣਾ ਹੋਵੇ ਤਾਂ ਅਸੀਂ 6 ਬਿੰਦੂ ਲਗਾਵਾਂਗੇ। 1, 2, 3, 4, 5, 6। ਤਾਂ ਜੇ ਤੁਸੀਂ ਧਿਆਨ ਨਾਲ ਦੇਖੋ ਕਿ ਇਹ ਜਿਹੜੇ ਬਿੰਦੂ ਨੇ ਕੀ ਆ ਵੱਧਦੇ ਜਾਂਦੇ ਨੇ। ਜਿਉਂ-ਜਿਉਂ ਆਪਾਂ ਖੱਬੇ ਤੋਂ ਸੱਜੇ ਪਾਸੇ ਵੱਲ ਨੂੰ ਵੱਧਦੇ ਜਾਂਦੇ ਹਾਂ ਇਸ ਸੰਖਿਆ ਰੇਖਾ 'ਤੇ ਬਿੰਦੂ ਵੀ ਕੀ ਆ ਵੱਧਦੇ ਜਾਂਦੇ ਨੇ। ਇਸ ਦਾ ਮਤਲਬ ਇਹ ਕਿ ਮਤਲਬ ਅਸੀਂ ਜਦੋਂ ਵੀ ਇੱਕ ਸੰਖਿਆ ਦੇ ਵਿੱਚ 1 ਜੋੜ ਦਿੰਦੇ ਹਾਂ ਤਾਂ ਅਗਲੀ ਸੰਖਿਆ ਸਾਨੂੰ ਵੱਡੀ 1 ਪ੍ਰਾਪਤ ਹੋ ਜਾਂਦੀ ਹੈ। ਤਾਂ ਮਤਲਬ ਕਿ ਜੇ ਮੈਂ 0 ਦੇ ਵਿੱਚ 1 ਜੋੜਦਾ ਤਾਂ ਮੈਨੂੰ 1 ਪ੍ਰਾਪਤ ਹੁੰਦਾ, 1 ਦੇ ਵਿੱਚ 1 ਜੋੜਦਾ ਮੈਨੂੰ 2 ਮਿਲ ਜਾਂਦੇ ਨੇ, 2 ਦੇ ਵਿੱਚ 1 ਜੋੜਦਾ ਤਾਂ ਮੈਨੂੰ 3 ਮਿਲ ਜਾਂਦਾ ਹੈ, 3 ਦੇ ਵਿੱਚ 1 ਜੋੜਦਾ ਤਾਂ ਮੈਨੂੰ 4 ਪ੍ਰਾਪਤ ਹੁੰਦਾ ਹੈ। ਤਾਂ ਇਹਦਾ ਮਤਲਬ ਕੀ ਹੈ ਕਿ ਜਿਹੜੀਆਂ ਸੰਖਿਆਵਾਂ ਜਦੋਂ ਅਸੀਂ ਸੱਜੇ ਪਾਸੇ ਨੂੰ ਜਾਂਦੇ ਹਾਂ ਤਾਂ ਸੰਖਿਆਵਾਂ ਕੀ ਆ ਵੱਡੀਆਂ ਹੁੰਦੀਆਂ ਜਾਂਦੀਆਂ ਨੇ ਇਸ ਸੰਖਿਆ ਰੇਖਾ 'ਤੇ। ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਜੋ ਸਾਡੀ ਸੰਖਿਆ ਰੇਖਾ ਹੈ, ਸੰਖਿਆ ਰੇਖਾ
ਜੋ ਸਾਡੀ ਸੰਖਿਆ ਰੇਖਾ ਹੈ ਕਿ ਮਤਲਬ ਜੇ ਇਹਦੇ ਜਿਹੜੀਆਂ ਖੱਬੇ ਪਾਸੇ ਦੀਆਂ ਸੰਖਿਆਵਾਂ ਨੇ, ਇਸ ਸੰਖਿਆ ਰੇਖਾ ਉੱਤੇ ਜੋ ਖੱਬੇ ਪਾਸੇ ਦੀਆਂ ਸੰਖਿਆਵਾਂ, ਖੱਬੇ ਪਾਸੇ ਦੀਆਂ ਜਿਹੜੀਆਂ ਸੰਖਿਆਵਾਂ ਨੇ ਉਹ ਕੀ ਆ, ਹਮੇਸ਼ਾ ਛੋਟੀਆਂ ਹੁੰਦੀਆਂ ਨੇ ਸੱਜੇ ਪਾਸੇ ਦੀਆਂ ਸੰਖਿਆਵਾਂ ਤੋਂ। ਖੱਬੇ ਪਾਸੇ ਦੀਆਂ ਸੰਖਿਆਵਾਂ ਕੀ ਤੋਂ ਛੋਟੀਆਂ ਹੁੰਦੀਆਂ ਨੇ? ਸੱਜੇ ਪਾਸੇ ਦੀਆਂ ਸੰਖਿਆਵਾਂ ਤੋਂ। ਸੰਖਿਆਵਾਂ ਤੋਂ ਮਤਲਬ ਕਿ ਜਿਵੇਂ 1 2 ਤੋਂ ਛੋਟਾ, 2 3 ਤੋਂ ਛੋਟਾ, 4 3 4 ਤੋਂ ਛੋਟਾ, 4 5 ਤੋਂ ਛੋਟਾ, 5 6 ਤੋਂ ਛੋਟਾ। ਇਸ ਤਰ੍ਹਾਂ ਕੀ ਹੈ ਕਿ ਜੋ ਖੱਬੇ ਪਾਸੇ ਸੰਖਿਆਵਾਂ ਨੇ ਉਹ ਸੱਜੇ ਪਾਸੇ ਦੀਆਂ ਸੰਖਿਆਵਾਂ ਤੋਂ ਕੀ ਹੈ, ਹਮੇਸ਼ਾ ਛੋਟੀਆਂ ਹੁੰਦੀਆਂ ਨੇ। ਤਾਂ ਇਸ ਤਰ੍ਹਾਂ ਕੀ ਕਿ ਸਾਡੇ ਕੋਲ ਸੰਖਿਆ ਰੇਖਾ ਦਾ ਸਾਨੂੰ ਬਹੁਤ ਫਾਇਦਾ ਹੈ। ਅਸੀਂ ਇਹ 'ਤੇ ਚੀਜ਼ਾਂ ਨੂੰ ਮਤਲਬ ਜੋੜ ਵੀ ਸਕਦੇ ਹਾਂ, ਗੁਣਾ ਵੀ ਕਰ ਸਕਦੇ ਹਾਂ ਅਤੇ ਮੈਥੇਮੈਟੀਕਲ ਓਪਰੇਸ਼ਨ ਦੇ ਵਿੱਚ ਵੀ ਕਈ ਜਗ੍ਹਾ 'ਤੇ ਸਾਡੇ ਕੋਲ ਸੰਖਿਆ ਰੇਖਾ ਦੀ ਵਰਤੋਂ ਹੁੰਦੀ ਹੈ। ਅਤੇ ਜੇ ਦੇਖੀਏ ਤਾਂ ਇਸ ਸੰਖਿਆ ਰੇਖਾ 'ਤੇ ਸਾਰੀਆਂ ਪੂਰਨ ਸੰਖਿਆਵਾਂ ਮੌਜੂਦ ਹਨ, ਤਾਂ ਇਸ ਲਈ ਅਸੀਂ ਇਸ ਨੂੰ ਪੂਰਨ ਸੰਖਿਆ ਰੇਖਾ ਵੀ ਆਖ ਸਕਦੇ ਹਾਂ। ਪੂਰਨ ਸੰਖਿਆਵਾਂ ਦੀ ਸੰਖਿਆ ਰੇਖਾ ਵੀ ਇਹਨੂੰ ਆਖ ਸਕਦੇ ਹਾਂ।